ਸਾਡੇ ਘਰ ਦੇ ਵਿੱਚ ਤਾਂ ਕੋਈ ਵੀ ਨਹੀਂ ਹੈਗਾ। ਜਿਹੜਾ ਦੂਜਾ ਦੁਕਾਨਦਾਰ ਹੈ ਉਹਦੇ ਮੁੰਡਾ ਨਾਲ ਹੈਗਾ, ਉਹਦਾ ਪੋਤਾ ਵੀ ਨਾਲ ਹੈਗਾ, ਉਹ ਚਲਾ ਸਕਦੇ ਆ 10-20 ਸਾਲ ਹੋਰ, 50 ਸਾਲ ਵੀ ਚੱਲ ਸਕਦੀ ਹੈ। ਜੇ ਆਪਾਂ ਕਿਸੇ ਨਾਲ ਮਤਲਬ ਕੰਮ ਕਰਾਉਣ ਵਾਸਤੇ, ਮਾਲ ਦਿਖਾਉਣ ਵਾਸਤੇ ਰੱਖੀਏ, ਇੰਨੇ ਦੇਣ ਜੋਗੀ ਦਿਹਾੜੀ ਨਹੀਂ ਬਣਦੀ। ਹੋਰ ਕੰਮ ਕਰਨ ਨੂੰ ਜੀਓ ਨਹੀਂ ਕਰਦਾ ਹੈਗਾ। ਇਸ ਕੰਮ ਦੇ ਵਿੱਚ ਸਾਨੂੰ ਤਜਰਬਾ ਮਾੜਾ ਮੋਟਾ ਹੈ, ਹੋਰ ਕੰਮ ਕੀ ਕਰਾਂਗੇ ਅਸੀਂ, ਹੋਰ ਕੰਮ ਕਰ ਹੀ ਨਹੀਂ ਸਕਦੇ। ਇਹ ਵੀ ਲੋਕਾਂ ਤੋਂ ਫੜ ਤੜ ਕੇ ਕੰਮ ਚਲਾਈ ਜਾ ਰਹੇ ਆ। ਜਨਾਨੀ के नाम ਤੇ ਲਿਆ ਵਾ, ਜਿਵੇਂ ਮੈਨੇ 30,000 ਰੁਪਏ ਲਿਆ ਵਾ, ਉਹ 1500 ਰੁਪਏ ਕਿਸ਼ਤ ਉਹਨਾਂ ਨੂੰ ਦੇਈ ਦੀ ਆ ਮਹੀਨੇ ਬਾਅਦ। ਚੰਗਾ ਕਿੱਥੇ ਸੀ ਕਾਰੋਬਾਰ ਉਸ ਟਾਈਮ, ਤਾਂ ਆਪ ਬਣਾ ਕੇ ਵੇਚਿਆ ਕਰਦੇ ਸੀ ਤੇ ਹਾੜੀ ਸੌਣੀ ਤੇ ਫਸਲ ਤੇ ਮਾਲ ਵਿਕਿਆ ਕਰਦਾ ਸੀ। ਆਪਣਾ ਪਿੰਡ ਕਿਹੜਾ, ਬੜਾ ਜਿਹਾ ਨਾਮ ਦੱਸਿਓ, ਪਿੰਡ ਦੱਸਿਓ। ਸ਼ਰਾਲਾ। ਨਾਮ ਕਿਆ ਆਪਣਾ? ਜਸਪਾਲ। ਪਿੱਛੋਂ ਘਰ ਦੇ ਕਰਦੇ ਸੀ, ਪਹਿਲੇ ਕਰਦੇ ਸੀ। ਆਪਾਂ ਤਾਂ ਸਨ 80 ਤੋਂ ਆਏ ਹਾਂ ਇੱਥੇ। ਪਹਿਲਾਂ ਕੌਣ ਕਰਦਾ ਤਾ? ਡੈਡੀ। ਸਨ 70 ਤੋਂ ਕਰ ਰਹੇ ਹਾਂ। ਤੁਮੇ ਕਦ ਸਿੱਖਣਾ ਸ਼ੁਰੂ ਕਰਿਆ? ਸਨ 80। ਹੋਰ ਕੰਮ ਪਹਿਲੇ ਬਸ ਡੰਗਰ ਬੱਚੇ ਤਾਂ ਕਰੀ ਜਾਂਦੇ ਸੀ, ਮਜ਼ਦੂਰੀ ਕਰਦੇ ਸੀ। ਸਕੂਲ 'ਚ ਗਏ ਕੋਈ ਨਹੀਂ, ਅਨਪੜ੍ਹ ਹੈ, ਸਮਝੇ ਨਾ, ਪੜ੍ਹੇ ਹੋਏ ਨਹੀਂ ਹੈ ਬਿਲਕੁਲ ਵੀ, ਅਨਪੜ੍ਹ। ਚਮੜਾ ਸਾਡੇ ਕੋਲ ਮਤਲਬ ਪੰਨੇ ਤਲੀਆਂ ਕੱਟ ਵੱਢ ਕੇ ਲਿਆਂਦੇ ਸੀ ਨਾ ਉਹ, ਤੇ ਅਸੀਂ ਫਿਰ ਇਹਦੇ ਵਿੱਚ ਸਿਲਾਈ ਪਾਇਆ ਕਰਦੇ ਸੀ। ਚਮੜਾ ਤਾਂ ਮੈਂ ਮੂਹਤਪੁਰ ਤੇ ਲਿਆਂਦੇ ਨੇ। ਹਾਂ, ਮੂਹਤਪੁਰ ਤੋਂ ਲਿਆਂਦੇ ਸੀ। ਮੂਹਤਪੁਰ ਤੇ ਕਿਸ ਪਦ ਲਈ ਕੰਮ? ਪ੍ਰੇਮ, ਅੱਛਾ। ਅਰਜਨ, ਬਨਾਰਸੀ, ਉਹ ਸਾਰੇ ਭਾਈ। ਭਾਗਾ ਹੋਏ ਕਰਦਾ ਸੀ ਇੱਕ, ਭਾਗੇ ਦਾ ਮੁੰਡਾ ਮੇਵਾ, ਇਸ ਤਰ੍ਹਾਂ। ਈਵ ਤਾਂ ਮਤਲਬ ਬਣਾਉਣ ਵਾਲਾ ਕੰਮ ਘਟਿਆ ਵਾ ਹੁਣ ਆਪਾਂ ਇਕੱਲੇ ਹਾਂ, ਮਤਲਬ ਮਾਲ ਬਾਹਰੋਂ ਲੈ ਕੇ ਆ ਰਹੇ ਹਾਂ ਬਸ। ਮਲੇਰਕੋਟਲੇ ਤੋਂ ਆ ਜਾਂਦਾ, ਮਲੋਟ ਤੋਂ ਆ ਜਾਂਦਾ, ਇਸ ਤਰ੍ਹਾਂ। ਹੁਣ ਤਾਂ ਮਤਲਬ ਰੈਡੀਮੇਡ ਮਾਲ ਹੋ ਗਿਆ ਜ਼ਿਆਦਾ, ਹੁਣ ਬਣਾਉਣ ਵਾਲਾ ਕੰਮ ਬਹੁਤ ਘਟਿਆ ਵਾ ਹੁਣ। ਮਲੋਟ, ਫਾਜ਼ਿਲਕਾ, ਮੁਕਤਸਰ ਵੀ ਬਣਦੀ ਆ। ਪਟਿਆਲੇ ਵੀ 4 ਰੁਪਏ, 5 ਰੁਪਏ, 6 ਰੁਪਏ ਇਹ ਰੇਟ ਸੀ। ਅੱਜ ਕੱਲ੍ਹ 400, 500, 600। ਪਹਿਲਾਂ ਜਿਸ ਤਰ੍ਹਾਂ ਜ਼ਿਆਦਾ ਤਾਂ ਕਿ ਘੱਟ ਹੈ, ਕਿਸ ਤਰ੍ਹਾਂ ਹੈ? ਪਹਿਲੇ ਤੋਂ ਹਾੜੀ ਸੋਣੀ ਦੇ ਮਾਲ ਵਿਕਿਆ ਕਰਦਾ ਸੀ, ਤੇ ਹੁਣ ਮਤਲਬ 12 ਮਹੀਨੇ ਜਦੋਂ ਕਿਸੇ ਨੂੰ ਲੋੜ ਆ ਉਦੋਂ ਲਈ ਜਾਂਦੇ ਆ। ਚੌਥੀ ਦੁਕਾਨ 'ਚ ਬੈਠਾ ਮੈਂ। ਪਹਿਲਾਂ ਕਿੱਥੇ ਦੁਕਾਨ? ਬਾਜ਼ਾਰ 'ਚ 4 ਸਾਲ ਲਾ ਦੀਏ, ਕਿਸੇ ਮੈਂ 3 ਸਾਲ ਲਾ ਦੀਏ, ਕਿਸੇ ਮੈਂ 5 ਸਾਲ ਲਾ ਦੀਏ, ਇਸ ਤਰ੍ਹਾਂ। ਉਹ ਮੁੰਡਾ ਮਤਲਬ ਇੱਕ ਮੁੰਡਾ ਜਿਹੜਾ ਵੱਡਾ, 2 ਮੁੰਡੇ ਆਪਣੇ ਕੋਲ, ਇੱਕ ਜਿੰਮ ਦਾ ਕੰਮ ਹੈ ਉਹਦਾ, ਇੱਕ ਮੁੰਡਾ ਬਾਹਰ ਓਲਾ ਕੰਪਨੀ ਮਾ ਗੱਡੀ ਪਾਈ ਵੀ ਆ ਉਹਨੇ, PV01 ਨੰਬਰ ਗੱਡੀ, ਜਿਵੇਂ ਮਤਲਬ ਉਹ ਚੰਡੀਗੜ੍ਹ ਚਲਾਉਂਦਾ ਗੱਡੀ। ਮਤਲਬ ਮੇਰੇ ਨਾਲ ਕੋਈ ਨਹੀਂ ਹੈਗਾ ਮੁੰਡਾ, ਕੋਈ ਨਹੀਂ ਅੱਗੇ ਵਾਸਤੇ। ਮੇਰੇ ਤੋਂ ਬਾਅਦ ਇਹ ਕੰਮ ਕੋਈ ਕਰੇਗਾ ਨਹੀਂ, ਸਮਝੇ? ਹਾਂ, ਇਸ ਲਾਈਨ ਦੇ ਵਿੱਚ ਮਤਲਬ ਕੋਈ ਮੇਰੇ ਘਰ ਦਾ ਕੋਈ ਇਸ ਲਾਈਨ 'ਚ ਪਏਗਾ ਨਹੀਂ। ਲਾਈਨ ਠੀਕ ਹੈ, ਮਤਲਬ ਅੱਗੇ ਨੂੰ ਨਵੀਂ ਲਾਦ ਹੈ ਜਿਹੜੀ, ਇਹ ਕੰਮ ਕਰਕੇ ਰਾਜੀ ਨਹੀਂ। ਮਤਲਬ ਇਹ ਨੀਚਾਪਣ ਦਿਖਾਉਣ ਵਾਲਾ ਪ੍ਰੋਗਰਾਮ ਹੈ, ਤਾਂ ਹੀ ਨਹੀਂ ਇਸ ਕੰਮ ਦੇ ਵਿੱਚ ਧਿਆਨ ਕਰਦੇ ਉਹ। ਨਾ। ਹੈਲੋ। ਹਾਂ ਹਾਂਜੀ ਹਾਂ। ਉਹ ਭੇਜੇ ਵੇ ਆ, ਹਫ਼ਤਾ 10 ਦਿਨ ਰੁਕੋ। ਹਾਂ, नहीं पहुँचा दिया बोर्ड तेरा, कारीगर के पास पहुँचा वा, तैयार होके आ जाएगा। हाँ, अपने दादाजी ने वो मजदूरी। पिताजी आए थे इस काम में। हाँ,
ਆਪਣੇ ਇਲਾਕੇ ਮੈਂ ਪਹਿਲਾਂ ਇੱਧਰ ਚਮਾਰੂ ਘਨੌਰ ਕਿੱਥੇ ਮੈਂ ਦੁਕਾਨਾਂ ਦੀਆਂ ਘਰਾਂ ਹੀ ਕਰੇ ਕੰਮ ਸਿੱਖਣੇ ਵਾਸਤੇ ਦੁਕਾਨਾਂ 30 ਦੁਕਾਨਾਂ ਜੁੱਤੀਆਂ ਦੀ ਸੀਗੀ ਇੱਥੇ ਪਹਿਲੇ। ਘਨੌਰ ਹਾਂ, ਅੱਛਾ ਪੰਜਾਬੀ ਜੁੱਤੀ ਆਪਣੇ ਹੱਥ ਨਾਲ ਬਣਾ ਕੇ ਵੇਚਿਆ ਕਰਦੇ ਸੀ, ਤੇ ਇਸ ਟਾਈਮ 2 ਰਹਿ ਗਈਆਂ। ਕੁੱਲ 2 ਸਭ ਛੱਡ ਗਏ। ਹਾਂ, ਘਟਦਾ ਜਾ ਰਿਹਾ ਕੰਮ ਇਹ। ਅਨਪੜ੍ਹ ਨਹੀਂ ਸਕੂਲ ਮਾ ਮਤਲਬ ਅਨਪੜ੍ਹ ਹੈ, ਨਹੀਂ ਸਕੂਲ ਮਾ ਤਾਂ ਮੈਂ ਗਏ ਨਹੀਂ ਗਿਆ ਆਗੇ ਦੇ ਵੀ ਭੇਜਿਆ ਨਹੀਂ ਕਰਦਾ ਨੇ ਸਕੂਲ ਮਾ, ਕੰਮ ਸਿੱਖਣ ਆ ਗਿਆ। ਸਕੂਲ ਮਾ ਭੇਜਿਆ ਨਹੀਂ ਲਾ ਲਿਆ, ਜਾਂ ਸਾਡੀ ਕਿਸਮਤ ਨਹੀਂ ਪੜ੍ਹਨਾ ਸੀਗਾ। ਮਜ਼ਦੂਰੀ ਕਰਦੇ ਰਹੇ ਮਾੜੇ ਮੋਟੇ, ਫਿਰ ਇਸ ਲਾਈਨ ਦੇ ਵਿੱਚ ਪੈ ਗਏ, ਹੱਥ ਨਾਲ ਜੁੱਤੀਆਂ ਬਣਾਉਣੀਆਂ। ਬਣਾ ਵੀ ਲੈਂਦੇ ਆ, ਬਾਕੀ ਹੁਣ ਬਣਾਉਣ ਦੀ ਲੋੜ ਨਹੀਂ, ਬਣਾਉਣ ਵਾਲਾ ਕੰਮ ਛੱਡਿਆ ਵਾ ਬਿਲਕੁਲ। ਅੱਗੇ ਨੂੰ ਕੋਈ ਨਹੀਂ ਇਸ ਲਾਈਨ ਦੇ ਵਿੱਚ ਹੈਗਾ, ਸਾਡੇ ਘਰ ਦੇ ਵਿੱਚ ਤਾਂ ਕੋਈ ਵੀ ਨਹੀਂ ਹੈਗਾ। ਜਿਹੜਾ ਦੂਜਾ ਦੁਕਾਨਦਾਰ ਹੈ ਉਹਦੇ ਮੁੰਡਾ ਨਾਲ ਹੈਗਾ, ਉਹਦਾ ਪੋਤਾ ਵੀ ਨਾਲ ਹੈਗਾ, ਉਹ ਚਲਾ ਸਕਦੇ ਆ 10-20 ਸਾਲ ਹੋਰ, 50 ਸਾਲ ਵੀ ਚੱਲ ਸਕਦੀ ਹੈ। ਜਿਹੜੀਆਂ ਬਾਹਰ ਇੱਧਰ ਪਾਕਿਸਤਾਨ ਵਗੈਰਾ ਦੇ ਜਾਵਾਂ ਜੁੱਤੀਆਂ ਕਹਾਂ ਵੀ 5,000 ਦੀ ਬਣਾਣੀ ਉਹ ਕੀ ਚੱਕਰ ਹੈ? ਉਹ 1000 ਕੁ ਰੁਪਏ ਤੱਕ ਹੈ। ਜਿਹੜੀ ਉਹ ਆਪਣੇ ਪੰਨੇ ਤਿਆਰ ਹੋਏ ਜਾਂਦੇ ਆ ਨਾ, ਉਧਰੋਂ ਕਢਾਈ ਹੋ ਕੇ ਮਲੇਰਕੋਟਲੇ ਆ ਜਾਂਦੇ ਆ, ਫਿਰ ਉਹ ਬਣਾ ਕੇ ਦੁਕਾਨਾਂ ਦਾ ਸਪਲਾਈ ਕਰ ਦਿੰਦੇ ਆ। ਜਿਵੇਂ ਰਾਜਪੁਰੇ ਆ ਗਿਆ, ਪਟਿਆਲੇ ਆ ਗਿਆ, ਘਨੌਰ ਆ ਗਿਆ, ਇਸ ਤਰ੍ਹਾਂ। ਚਮੜੇ ਵਾਲੇ ਕਾਰਖਾਨੇ ਤਕਰੀਬਨ ਆਮ ਸੀਗੇ, ਅੰਬਾਲੇ ਵੀ ਹੈਗਾ ਸੀ, ਪਟਿਆਲੇ ਵੀ ਹੈ ਸੀ। ਹਾਂ, ਰਵਿਦਾਸ ਮਹੱਲਾ ਜਿਹੜਾ ਇੱਧਰ ਜੈਨ ਕਾਲਜ ਦੇ ਕੋਲ ਅੰਬਾਲੇ, ਉੱਥੇ ਚਮੜਾ ਤਿਆਰ ਹੋਏ ਕਰਦਾ ਸੀ, ਚਮੜਾ ਬਣਾਉਂਦੇ ਸੀ ਚਮੜਾ ਉੱਥੇ। ਤਾਂ ਹੁਣ ਤਾਂ ਚਮੜੇ ਵਾਲਾ ਕੰਮ ਇੱਥੇ ਰਿਹਾ ਹੀ ਨਹੀਂ ਹੈਗਾ। ਹੁਣ ਤਾਂ ਚਮੜਾ ਜਿਹੜਾ ਜੋ ਬਣ ਰਿਹਾ ਸਾਰਾ ਬਾਹਰ ਤੇ ਆ ਰਿਹਾ ਬਸ। ਕਾਨਪੁਰ ਲਾ ਲਓ, ਜਿੱਥੇ ਮਰਜ਼ੀ ਲਾ ਲਓ, ਮਤਲਬ ਹਾਂ ਕਾਨਪੁਰ ਤੇ ਜਲੰਧਰ ਆਏਗਾ, ਜਲੰਧਰ ਤੇ ਫਿਰ ਹੋਰ ਪਾਸੇ ਸਪਲਾਈ ਹੋਏਗਾ, ਮਤਲਬ ਇਸ ਤਰ੍ਹਾਂ ਚਮੜਾ ਆ ਰਿਹਾ। ਹੁਣ ਉਰੇ ਨੇੜੇ ਤੇੜੇ ਤਾਂ ਕੋਈ ਚਮੜੇ ਦਾ ਕੰਮ ਰਿਹਾ ਹੀ ਨਹੀਂ ਹੈਗਾ। ਹਾਂ, ਮਰੇ ਡੰਗਰਾਂ ਨੂੰ ਮਤਲਬ ਆਪ ਛਿੱਲ ਕੇ ਬਣਾ ਕੇ, ਮਤਲਬ ਚਮੜਾ ਤਿਆਰ ਕਰਕੇ ਜੁੱਤੀਆਂ ਬਣਾਉਣੀਆਂ, ਇਹੋ ਕੰਮ ਤਾਂ ਖਤਮ ਹੋ ਗਿਆ ਉਰੇ। ਉਰੇ ਗਿਆ ਪੰਜਾਬ ਦੇ ਵਿੱਚ ਨਹੀਂ ਰਿਹਾ ਹੈਗਾ। ਜਾਂ ਮਾੜਾ ਮੋਟਾ ਕੋਈ ਮਲੇਰਕੋਟਲੇ ਆ, ਜਿਵੇਂ ਮਾੜਾ ਮੋਟਾ ਕਿਤੇ ਚਮੜਾ ਤਿਆਰ ਹੋ ਰਿਹਾ, ਮਾੜਾ ਮੋਟਾ ਹੀ ਹੋ ਰਿਹਾ ਜ਼ਿਆਦਾ। ਘੋਲ ਕਰ ਰਗੜਾਈ ਕਰਕਾ ਨੂਣ ਨਾਨ ਮਲਕਾ, ਫਿਰ ਉਹਨੂੰ ਸੁਕਾਇਆ ਕਰਦੇ ਸੀ। ਹਾਂ ਹਾਂ ਹਾਂ, ਮੁਸ਼ਕ ਆਉਂਦੀ ਦੀ ਬਹੁਤ। ਮਾਰਕੀਟ ਸਪਲਾਈ ਤਾਂ ਜੁੱਤੀ ਤਾਂ ਵਿਕਤਾ ਵਾਧੂ ਰਹੀ ਹੈ, ਤੇ ਵੈਸੇ ਇਹ ਕਾਰੋਬਾਰ ਘਟਦੇ ਜਾ ਰਹੇ ਆ, ਦੁਕਾਨਦਾਰੀਆਂ ਘਟਦੀ ਜਾ ਰਹੀਆਂ। ਕਾਰਨ ਇਹ ਹੈ ਵੀ ਜਿਹੜੀ ਅੱਜ ਕੱਲ੍ਹ ਦੀ ਪੌਦ ਹੈ, ਇਹ ਕੰਮ ਕਰਕੇ ਰਾਜੀ ਨਹੀਂ। ਇਹ ਕਹਿੰਦੇ ਵੀ ਬਸ ਚੁਟਕੀ ਨਾਲ ਪੈਸਾ ਬਣ ਜਾਵੇ, ਹੱਥ ਹਿਲਾਉਣਾ ਨਾ ਪਵੇ। ਜਾਂ ਬਾਹਰ ਨੂੰ ਭੱਜ ਰਹੇ ਆ, ਜਿਹਦੇ ਕੋਲ 4 ਪੈਸੇ ਹੈਗੇ ਆ ਉਹ ਬਾਹਰ ਨੂੰ ਜਾਣ ਦੀ ਤਿਆਰੀ ਕਰ ਰਿਹਾ, ਤੇ ਉਰੇ ਜਿਹੜੇ ਬਾਹਰ ਜਾਣ ਜੋਗੇ ਨਹੀਂ ਹੈਗੇ, ਹੋਰ ਮਜ਼ਦੂਰੀ ਕਰ ਲੈਣਗੇ, ਪਰ ਇਸ ਕੰਮ ਦੇ ਵਿੱਚ ਨਹੀਂ ਪੈਣਾ। ਤੁਹਾਡੇ ਮੁੰਡਿਆਂ ਨੇ ਨਹੀਂ ਕਿਹਾ ਮੈਂ ਬਾਹਰ ਜਾਣਾ ਹੈ ਨਾ, ਪੈਸਾ ਨਹੀਂ ਹੈਗਾ। ਇਹ ਵੀ ਲੋਕਾਂ ਤੋਂ ਫੜ ਤੜ ਕੇ ਕੰਮ ਚਲਾਈ ਜਾ ਰਹੇ ਆ। ਕਿਸੇ ਤੋਂ 20,000 ਵਿਆਜ ਪਰ ਲੈ ਲਿਆ, ਕਿ ਜਿਹੜੇ ਮਤਲਬ ਆਮ ਪ੍ਰਾਈਵੇਟ ਬੈਂਕ ਖੁੱਲ੍ਹੇ ਹੋਏ ਆ, ਇਹਨਾਂ ਤੋਂ ਮਾੜਾ ਮੋਟਾ ਕਰਜ਼ਾ ਲੈ ਕੇ ਜਨਾਨੀ ਦੇ ਨਾਮ 'ਤੇ ਲਿਆ ਵਾ। ਜਿਵੇਂ ਮੈਨੇ 30,000 ਰੁਪਏ ਲਿਆ ਵਾ, ਉਹ 1500 ਰੁਪਏ ਕਿਸ਼ਤ ਉਹਨਾਂ ਨੂੰ ਦੇਈ ਦੀ ਆ ਮਹੀਨੇ ਬਾਅਦ। ਬਾਕੀ HDFC ਬੈਂਕ ਹੋ ਗਿਆ, ICICI ਬੈਂਕ ਹੋ ਗਿਆ, 5 ਲੱਖ ਤੋਂ ਲੈ ਲਿਆ, ਮਤਲਬ ਥੋੜ੍ਹੇ ਬਹੁਤੇ ਹੋਰ ਪਾਸੇ ਲੈ ਲਈ। ਇਸ ਤਰ੍ਹਾਂ ਹੋਰ ਕੰਮ ਕਰਨ ਨੂੰ ਜੀਓ ਨਹੀਂ ਕਰਦਾ ਹੈਗਾ। ਇਸ ਕੰਮ ਦੇ ਵਿੱਚ ਸਾਨੂੰ ਤਜਰਬਾ ਮਾੜਾ ਮੋਟਾ ਹੈ, ਹੋਰ ਕੰਮ ਕੀ ਕਰਾਂਗੇ ਅਸੀਂ, ਹੋਰ ਕੰਮ ਕਰ ਹੀ ਨਹੀਂ ਸਕਦੇ। ਇਹਦੇ ਵਿੱਚ ਸਾਨੂੰ ਮਾੜੀ ਮੋਟੀ ਇਨਾਮਦਾਰੀ ਪਈ ਵੀ ਹੈ। ਕਦੀ 1000 ਰੁਪਏ ਦਾ ਮਾਲ ਵਿਕ ਗਿਆ, ਕਦੀ 2000 ਦਾ ਮਾਲ ਵਿਕ ਗਿਆ, ਕਦੀ 5000 ਦਾ ਵਿਕ ਗਿਆ। ਬਸ ਇਸ ਤਰ੍ਹਾਂ ਮਤਲਬ ਸੀਜ਼ਨ ਕਦੀ ਆਫ ਹੋ ਗਿਆ, ਕਦੀ ਸੀਜ਼ਨ ਚੱਲ ਗਿਆ। ਇਸ ਤਰ੍ਹਾਂ ਸਿਆਲ ਮਾਹੌਲ ਵਿਹਲੇ ਬੈਠੇ ਆ। ਜੇ ਕੰਮ ਚੱਲੇਗਾ ਇੱਕਦਮ ਜ਼ੋਰ 'ਤੇ ਕੰਮ ਚੱਲ ਜਾਏਗਾ, ਮਤਲਬ ਇੱਕੋ ਤਰੀਕਾਂ ਦੇ ਵਿੱਚ ਵਿਆਹ ਆ ਜਾਣਗੇ ਸਾਰੇ। ਹਾਂ, ਇੱਕੋ ਤਰੀਕਿਆਂ ਦੇ ਵਿੱਚ ਆਣੇ 'ਤੇ ਜਿਹੜਾ ਇਕੱਲਾ ਦੁਕਾਨਦਾਰ ਹੈ ਕੁਝ ਵੀ ਨਹੀਂ ਕਰ ਸਕਦਾ। ਜਦ ਆਪਣੇ ਕੋਲ 15-20 ਗਾਹ ਇਕੱਠੇ ਵੜ ਕੇ ਆ ਗਏ, ਇੰਨੇ ਭੁਗਤਾਣੇ ਔਖੇ ਆ, ਨਾ ਅਗਲਾ ਖੜੇਗਾ ਇਕੱਲੇ ਬੰਦੇ ਕੋਲ। ਇਸ ਕਰਕੇ ਘਾਟੇ ਮਾ ਜਾ ਰਿਹਾ ਕੰਮ। ਇਹ ਨੌਕਰ ਰੱਖ ਨਹੀਂ ਸਕਦੇ। ਜੇ ਨੌਕਰ ਰੱਖੀਏ, ਨੌਕਰ ਜੋਗੀ ਤਾਂ ਮਤਲਬ ਇੰਨੀ ਆਮਦਨ ਨਹੀਂ ਹੈਗੀ। ਜੇ ਆਪਾਂ ਕਿਸੇ ਨਾਲ ਮਤਲਬ ਕੰਮ ਕਰਾਉਣ ਵਾਸਤੇ
ਮਾਲ ਦਿਖਾਉਣ ਵਾਸਤੇ ਰੱਖੀਏ, ਇੰਨੇ ਦੇਣ ਜੋਗੀ ਦਿਹਾੜੀ ਨਹੀਂ ਬਣਦੀ। ਮਾਲ ਲਾ ਲਓ, ਦੇਖ ਲਓ ਸੰਨ 80 ਤੇ ਲਾ ਲਓ, 60 ਸਾਲ ਦੀ ਉਮਰ ਹੋ ਗਈ ਆਪਣੀ। ਜਿੰਨਾ ਚਿਰ ਆਪਣੇ ਨੈਣ ਪ੍ਰਾਣ ਚੱਲ ਰਹੇ ਉਹਨਾਂ ਚਿਰ ਆਪਾਂ ਇਹੀ ਕੰਮ ਕਰਾਂਗੇ, ਆਪਾਂ ਨੂੰ ਹੋਰ ਕੰਮ ਕਰਨ ਦੀ ਕੀ ਲੋੜ ਹੈ। ਆਪਾਂ ਤਾਂ ਇਸੀ ਕੰਮ ਦੇ ਵਿੱਚ ਹੈ, ਇਹੀ ਕੰਮ ਕਰਾਂਗੇ, ਦੂਜਾ ਕੰਮ ਨਹੀਂ ਅਸੀਂ ਕਰਦੇ ਹੈਗੇ। ਉਹਨਾਂ ਦਾ ਕੰਮ ਦੂਜਾ, ਉਹ ਕਾਹਨੂੰ ਕਹਿਣਗੇ। ਉਹਨਾਂ ਦਾ ਖਰਚਾ ਮਿਲ ਰਿਹਾ, ਉਹਨਾਂ ਮੈਂ ਕਮਾ ਕੇ ਦੇ ਰਿਹਾ, ਉਹ ਖਰਚਾ ਮਿਲ ਰਿਹਾ ਉਹਨਾਂ ਨੂੰ। ਦੋ ਮੁੰਡੇ ਆ, ਇੱਕ ਦਾ ਕਾਰੋਬਾਰ ਹੋਰ ਹੈ, ਇੱਕ ਦਾ ਕਾਰੋਬਾਰ ਹੋਰ ਹੈ। ਆਪਾਂ ਇਸ ਕੰਮ ਤੇ ਬੈਠੇ ਆ। ਬਸ ਪੰਜਾਬੀ ਜੁੱਤੀ ਆ ਰਹੀ ਹੈ ਇੱਧਰ ਰਾਜਸਥਾਨ ਏਰੀਏ ਤੋਂ ਆ ਰਹੀ ਹੈ, ਮਲੋਟ, ਫਾਜ਼ਿਲਕਾ, ਅਬੋਹਰ, ਮਲੇਰਕੋਟਲਾ, ਬਰਨਾਲਾ, ਸੁਨਾਮ, ਮਾਨਸਾ, ਇਸ ਸਾਈਡ ਜੁੱਤੀ ਬਣਦੀ ਹੈ ਪੰਜਾਬੀ। ਪਟਿਆਲੇ ਇੰਨਾ ਮਾਲ ਨਹੀਂ ਬਣਦਾ ਹੈਗਾ। ਪਟਿਆਲੇ ਵੀ ਜੋ ਮਾਲ ਆ ਰਿਹਾ ਨਾ ਸਾਰਾ ਬਾਹਰ ਤੇ ਆ ਰਿਹਾ। ਪਟਿਆਲੇ ਇੰਨਾ ਮਾਲ ਬਣਦਾ ਨਹੀਂ ਹੈਗਾ। ਜਿੰਨਾ ਮਾਲ ਤੁਹਾਨੂੰ ਪਿਆ ਮਿਲੇਗਾ ਨਾ ਪਟਿਆਲੇ, ਇਹ ਮਾਲ ਸਾਰਾ ਬਾਹਰ ਤੋਂ ਆ ਰਿਹਾ। ਜਿਵੇਂ ਅਬੋਹਰ ਹੋ ਗਿਆ, ਫਾਜ਼ਿਲਕਾ ਹੋ ਗਿਆ, ਮਲੇਰਕੋਟਲਾ ਹੋ ਗਿਆ, ਤੇਰਾ ਮਲੋਟ ਹੋ ਗਿਆ ਹੈ, ਰਾਜਸਥਾਨ ਏਰੀਆ ਸਾਰਾ ਮਤਲਬ ਪੰਜਾਬੀ ਜੁੱਤੀ ਬਣਦੀ ਹੈ। ਉੱਥੇ ਲਾ ਜਨਾਨੀਆਂ ਤੇ ਬੱਚਿਆਂ ਤੇ ਲਾ ਜੁੱਤੀਆਂ ਬਣਾ ਰਹੇ ਆ, ਉਹਨਾਂ ਦੇ ਬੱਚੇ ਵੀ ਜੁੱਤੀਆਂ ਬਣਾ ਰਹੇ ਆ, ਜਨਾਨੀਆਂ ਵੀ ਜੁੱਤੀਆਂ ਬਣਾ ਰਹੀਆਂ ਉਹਨਾਂ ਦੀ। ਹਾਂ, ਉਹ ਦੂਜੇ ਆ ਰਾਜਸਥਾਨੀ ਘੱਗਰੀਆਂ ਜੀ ਵਾਲੀ ਜਨਾਨੀਆਂ, ਹਾਂ, ਉਹ ਇਸ ਕੰਮ ਦੇ ਵਿੱਚ ਪਏ ਹੋਏ ਆ। ਔਰ ਉਹ ਉਹਨਾਂ ਦਾ ਕੰਮ ਮਤਲਬ ਵਧਾ ਰਹੇ ਆ, ਉਹ ਘਟਦਾ ਨਹੀਂ ਹੈਗਾ। ਇਹ ਸਾਡੇ ਵਾਲੇ ਜਿਹੜੇ ਪੰਜਾਬੀ ਆ ਇਹ ਕਰਕੇ ਰਾਜੀ ਨਹੀਂ। ਇੰਨਾ ਬੁਰਾ ਹਾਲ ਹੈ, ਖਰਚਾ ਚਲਾਉਣਾ ਔਖਾ ਹੋਇਆ ਵਾ ਇਸ ਟਾਈਮ ਹੈ। ਮੈਨੂੰ ਨਾ ਬਿਜਲੀ ਦਾ ਬਿੱਲ ਭਰੇ ਨੂੰ ਜਦੋਂ ਪਹਿਲੇ ਲੋਕਡਾਊਨ ਲੱਗਿਆ ਸੀ, ਉਸ ਤੋਂ ਪਹਿਲਾਂ ਬਿਜਲੀ ਦਾ ਬਿੱਲ ਮੈਨੇ ਘਰ ਦਾ ਭਰਿਆ, ਉਸ ਤੋਂ ਬਾਅਦ ਬਿਜਲੀ ਦਾ ਬਿੱਲ ਨਹੀਂ ਮੈਨੇ ਭਰਿਆ ਹੈਗਾ। ਨਾ ਮੈਨੇ ਦੁਕਾਨ ਦਾ ਬਿਜਲੀ ਦਾ ਬਿੱਲ ਭਰਿਆ, ਪੈਸੇ ਨਹੀਂ ਬਣਦੇ ਹੈਗੇ। ਲੋਕਡਾਊਨ ਤੋਂ ਬਾਅਦ ਮੈਨੇ ਦੁਕਾਨ ਦਾ ਬਿਜਲੀ ਦਾ ਬਿੱਲ ਭਰਿਆ। ਲੋਕਡਾਊਨ ਲੱਗਣ ਤੋਂ ਪਹਿਲਾਂ ਨਾ ਮੈਨੇ ਘਰ ਦਾ ਬਿਜਲੀ ਦਾ ਬਿੱਲ ਭਰਿਆ। 10,000 ਰੁਪਏ ਦੁਕਾਨ ਦਾ ਹੋਇਆ ਵਾ ਤੇ 80-90 ਹਜ਼ਾਰ ਰੁਪਏ ਘਰ ਦਾ ਹੋਇਆ ਵਾ। ਮਾਫ ਇਹ ਨਹੀਂ ਪਤਾ ਇਹ ਮਾਫ ਹੋ ਰਿਹਾ ਜਾਂ ਨਹੀਂ ਹੋ ਰਿਹਾ, ਬਾਕੀ ਭਰਿਆ ਕੋਈ ਨਹੀਂ ਅਜੇ ਆਪਾਂ ਨੇ, ਅਜੇ ਕੋਈ ਪੁੱਛਣ ਨਹੀਂ ਆਇਆ ਹੈਗਾ। ਜੇ ਕੋਈ ਪੁੱਛਣ ਆਵੇਗਾ, ਜੇ ਕਨੈਕਸ਼ਨ ਕੱਟੇ ਔਖੇ ਪਾਉਣੇ ਹੋ ਗਏ, ਭਰਨਾ ਹੀ ਪਵੇਗਾ ਫਿਰ। 6 ਮਹੀਨੇ ਦਾ ਬਿੱਲ है 6 महीने का ज़्यादा ਤਾਂ ਲੋਕਡਾਊਨ ਸ਼ੁਰੂ में लगा था ਜਦੋਂ, हाँ उस तो पहला तो बिल भरिया वा, उस तो बाद बिजली का बिल ही नहीं भरिया। ਹੁਣ 2 साल होने वाले हो गए ना, फरवरी में 2 साल हो जाएंगे। ये जी फरवरी है, मार्च में लग गया सी लॉकडाउन, हाँ 2 साल हो जाएंगे। गाह के नहीं हैगा, ज़्यादा जिमीदार दिल्ली वाला प्रोग्राम चला हुआ, उसके बाद तो गाह के ख़त्म हो गया, बिल्कुल मार्केट डाउन जा रही है जमीन। ਹੁਣ ਤਾਂ ਬਸ ਸਾਰਾ ਦਿਨ ਬਹਿ ਕੇ ਚਲੇ ਜਾਂਦੇ ਆ, ਕਦੀ 500 ਬਣੇ, ਕਦੀ 1000 ਬਣ ਗਿਆ, ਬਸ ਇੰਨਾ ਗਾ ਬਸ। 1 2 3 4 ਜੁੱਤੀਆਂ ਵਿਕ ਗਈ, ਕਿਆ ਮਿਹਨਤ ਰਖਾਂਦਾ ਹੈ 500-700 ਰੁਪਏ ਤਾਂ ਘਰ ਦਾ ਖਰਚਾ ਬੰਦੇ ਦਾ ਅੱਜ ਕੱਲ੍ਹ, ਹਾਂ ਘੱਟੋ ਘੱਟ। ਨਹੀਂ ਆਪਣਾ ਮਕਾਨ ਹੈ, ਸਾਨ 80 ਦਾ ਮਕਾਨ ਲਿਆ ਵਾ, ਮਿਲ ਗਿਆ ਸੀ 1900 ਰੁਪਏ ਬਿਸੂਆ, 1900 ਰੁਪਏ ਬਿਸੂਆ। 8 ਬਿਸੂਏ ਜਗ੍ਹਾ 15,200 ਰੁਪਏ ਦੀ ਬਣ ਗਈ ਸੀਗੀ ਜ਼ਮੀਨ ਚੋਂ ਉਸ ਟਾਈਮ। ਫਿਰ ਉਸ ਤੋਂ ਬਾਅਦ ਵਾ ਨਵੀਂ ਨਹਿਰ ਬਣੀ ਆ ਨਾ ਜਿਹੜੀ, ਇਹ ਸਾਡੇ ਵਾਲੀ ਰਜਿਸਟਰੀ ਜ਼ਮੀਨ ਮਾ ਤੇ ਲਿਆ ਤਾ ਨਾ, ਇਹ ਸਾਡੇ ਵਾਲੀ ਰਜਿਸਟਰੀ ਲੈ ਕੇ ਲੋਕਾਂ ਨੇ ਵਰਤੀ ਆ ਵੀ ਇਹ ਦੇਖੋ ਜੀ ਇਹ ਜ਼ਮੀਨ ਇਸ ਰੇਟ ਵਿਕੀ ਆ। ਹਾਂ 8 ਬਿਸੂਏ ਜਗ੍ਹਾ 15,000 ਰੁਪਏ ਉਸ ਟਾਈਮ ਇਹ ਕਹਿੰਦੇ ਸੀ, ਬਹੁਤ ਪੈਸੇ ਵਟ ਗਏ। ਹੁਣ ਦੇਖ ਲਓ, ਹੁਣ ਬਿਸੂਆ ਮੇਰੇ ਖਿਆਲ ਦਾ ਵੀ ਲੱਖ ਰੁਪਏ ਦਾ ਹੋਏਗਾ ਘੱਟੋ ਘੱਟ। ਕਾਰੋਬਾਰ ਚੰਗਾ ਕਿੱਥੇ ਸੀ, ਚੰਗਾ ਕਿੱਥੇ ਸੀ ਕਾਰੋਬਾਰ ਉਸ ਟਾਈਮ ਤਾਂ ਆਪ ਬਣਾ ਕੇ ਵੇਚਿਆ ਕਰਦੇ ਸੀ, ਤੇ ਹਾੜੀ ਸੌਣੀ ਤੇ ਫਸਲ ਤੇ ਮਾਲ ਵਿਕਿਆ ਕਰਦਾ ਸੀ। ਜਦੋਂ ਮਤਲਬ ਫਸਲ ਆਣੀ, ਫਸਲ ਤੇ ਬਾਅਦ ਮਾਲ ਵਿਕਣਾ ਸ਼ੁਰੂ ਹੁੰਦਾ ਤਾਂ, ਨਹੀਂ ਬਣਾ ਕੇ ਬਸ ਇੱਥੇ ਰੱਖੀ ਜਾਇਆ ਕਰਦੇ ਸੀ। ਹਾਂ ਹਾਂ ਹਾਂ, ਇਹ ਮਤਲਬ ਮਾਲ ਸਪਲਾਈ ਹੁੰਦਾ ਤਾਂ ਫਸਲ ਕੱਟਣ ਤੋਂ ਬਾਅਦ, ਕਿਉਂ ਲੋਕਾਂ ਕੋਲ ਪੈਸਾ ਆਉਂਦਾ ਸੀ। ਐਸਾ ਬੁਰਾ ਹਾਲ ਤਾਂ ਲੋਕਾਂ ਦਾ ਸੰਨ 80 ਦੇ ਏੜ ਮਾਂ ਵੀ, ਮਤਲਬ ਲੋਕਾਂ ਨੇ ਜੁੱਤੀ ਫਸਲ ਤੇ ਲੈਣੀ, ਫਸਲ ਬੜੇਗੀ ਤਾਂ ਜੁੱਤੀ ਵਿਕਣੀ ਸ਼ੁਰੂ ਹੁੰਦੀ ਸੀ। ਹਾਂ ਨਹੀਂ, ਚਾਹੇ ਉਹਨਾਂ ਨੇ ਬਾਣੇ ਫਿਰੀ ਜਾਣਾ, ਚਾਹੇ ਧਾਰ ਲੈਣੀ, ਮਤਲਬ ਜੁੱਤੀ ਦੀ ਕੋਈ ਸੇਲ ਨਹੀਂ ਤੀ, ਬਣਾ ਕੇ ਅਸੀਂ ਰੱਖੀ ਜਾਇਆ ਕਰਦੇ ਸੀ। ਹੈ ਚਾਹੇ ਨੰਗੇ ਪੈਰਾਂ ਫਿਰਦੇ, ਚਾਹੇ ਕੁਛ ਕਰਦੇ, ਮਤਲਬ ਮਾਲ ਫਸਲ ਤੇ ਵਿਕਿਆ ਕਰਦਾ ਸੀ। ਤੇ ਹੁਣ ਤਾਂ 12 ਮਹੀਨੇ ਮਾਲ ਵਿਕੀ ਜਾਂਦਾ,
ਹੁਣ ਮਤਲਬ ਮਾਰਕੀਟ ਜ਼ਿਆਦਾ ਮਤਲਬ ਵੱਡੇ ਸ਼ਹਿਰਾਂ ਦੇ ਵਿੱਚ ਹੈਗੀ ਹੈ, ਮਸ਼ੀਨਰੀ ਲੋਕਾਂ ਦੇ ਕੋਲ ਹੈ ਆ, ਜਿੱਥੋਂ ਕਿਸੇ ਨੂੰ ਚੰਗੀ ਲੱਗਦੀ ਆ ਅਗਲਾ ਜਾ ਕੇ ਲੈ ਜਾਂਦਾ। ਕੋਈ ਪਟਿਆਲੇ ਤੋਂ ਲਿਆ ਰਿਹਾ, ਕੋਈ ਰਾਜਪੁਰੇ ਤੋਂ ਲਿਆ ਰਿਹਾ, ਕਿ ਕਿਸੇ ਕੋਲ ਨਹੀਂ ਜਾ ਜਾਂਦਾ ਇੱਥੇ ਘਨੌਰ ਤੋਂ ਲੈ ਲੈਂਦੇ ਆ। ਸਾਡੀਆਂ 4 ਦੁਕਾਨਾਂ ਸਾਡੀ ਖੁਦ ਘਰ ਦੀਆਂ ਸੀਗੀ। ਅੱਛਾ ਘਰ ਹੀ ਆਪਣੀ। ਹਾਂ 4 ਭਰਾ ਸੀਗੇ ਅਸੀਂ। ਇੱਕ ਸਟੇਟ ਬੈਂਕ ਆਫ ਇੰਡੀਆ ਵਾ ਬ੍ਰਾਂਚ ਮੈਨੇਜਰ ਰਿਟਾਇਰ ਹੋਇਆ, ਜਦੋਂ ਉਹਨੂੰ ਨੌਕਰੀ ਨਹੀਂ ਮਿਲੀ ਉਹ ਵੀ ਇਹੀ ਕੰਮ ਕਰਦਾ ਸੀ। ਇਸ ਟਾਈਮ ਸਾਡਾ ਚੌਥੀ ਜਗ੍ਹਾ ਜਿਹੜਾ ਛੋਟਾ ਭਰਾ ਉਹ ਵੀ ਜੁੱਤੀਆਂ ਦੀ ਦੁਕਾਨ ਕਰਦਾ ਸੀ, ਨਾਲੇ ਪੜ੍ਹਦਾ ਰਿਹਾ, ਤੇ ਇਸ ਟਾਈਮ ਉਹ SHO ਹੈ ਮੋਹਾਲੀ। 4 ਦੁਕਾਨਾਂ ਆਪਣੀਆਂ ਸੀਗੀਆਂ, ਹੁਣ 4 ਚੋਂ 1 ਰਹਿ ਗਈ। ਉਹ ਤਾਂ ਨੌਕਰੀ ਲੱਗ ਗਏ, ਮਤਲਬ ਬਜ਼ੁਰਗ ਸੀਗੀ। ਇੱਕ ਭਾਈ ਛੋਟਾ ਭਰਾ ਸੀਗਾ, ਉਹ ਕਮੇਟੀਆਂ ਦੇ ਵਿੱਚ ਉਲਝ ਗਿਆ। ਜਿਹੜੀ ਅੱਜ ਕੱਲ੍ਹ ਪਾ ਨਹੀਂ ਲੈਂਦੇ, ਬੋਲੀ ਦੇ ਕੇ ਚੱਕ ਲੈਂਦੇ ਆ ਲੱਖ ਲੱਖ ਰੁਪਏ ਦੀ ਕਮੇਟੀਆਂ, ਤੇ 5-7 ਜ਼ਿਆਦਾ ਕਮੇਟੀਆਂ ਜ਼ਿਆਦਾ ਪਾ ਲੀਆਂ। ਉਹ ਮਤਲਬ ਇੱਕ ਪਾਸੇ ਤੋਂ ਕਮੇਟੀ ਚੱਕਣੀ ਔਰ ਦੂਜੇ ਪਾਸੇ ਕਿਸ਼ਤ ਦੇਣੀ, ਇਸ ਕਰਕੇ ਕੰਮ ਉਲਝ ਗਿਆ। ਉਹ ਘਰ ਛੋੜ ਕੇ ਭੱਜ ਗਿਆ, ਫਿਰ ਉਹ ਲੱਭ ਲੁੱਭ ਕੇ ਲਿਆਣਾ। ਲੋਕਾਂ ਨੇ ਉਹਨੂੰ ਥਾਣੇ 'ਚ ਫਸਾਤਾ। ਫਿਰ ਅਸੀਂ ਆਪਣਾ ਪ੍ਰੇਮ ਸਿੰਘ ਭੰਗੂ ਹੈ ਨਾ ਮਡੋਲੀ ਵਾਲਾ, ਹਾਈ ਕੋਰਟ ਦਾ ਵਕੀਲ, ਉਹਨੂੰ ਬੁਲਾ ਕੇ ਲਿਆਣਾ। ਉਹਨੂੰ ਜਦ ਥਾਣੇ 'ਚ ਫੜਿਆ ਵਾ ਤਾਂ ਨਾ ਭਾਈ ਨੂੰ, ਉਹਨੂੰ ਫਿਰ ਬੁਲਾ ਕੇ ਲਿਆਣਾ। ਫਿਰ SHO ਕੇ ਪਾਸ ਪੇਸ਼ ਹੋਏ ਵੀ ਇਹ ਮੁੰਡਾ ਕਾਹਦੇ ਵਾਸਤੇ ਫੜਿਆ ਜੀ ਤੁਸੀਂ? ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਪਤਾ ਨਹੀਂ ਕਾਹਦੇ ਵਾਸਤੇ ਫੜਿਆ। ਕਿਉਂ ਕਮੇਟੀਆਂ ਤੋਂ ਨਾਂ ਲੈ ਨਹੀਂ ਸਕਦੇ ਹੈ, ਕਮੇਟੀ ਦੇ ਬਾਰੇ ਤਾਂ ਗੌਰਮੈਂਟ ਫੜਦੀ ਨਹੀਂ ਹੈ ਕਿਸੇ ਨੂੰ। ਫਿਰ ਉਹਨੇ SHO ਨੇ ਕਿਹਾ ਸੀ ਵੀ ਮੈਂ ਅੱਜ ਤੋਂ ਬਾਅਦ ਇਸ ਮੁੰਡੇ ਨੂੰ ਫੜਾਂਗਾ ਨਹੀਂ। ਫਿਰ ਇਸ ਤੋਂ ਬਾਅਦ ਫਿਰ ਹੁਣ ਉਹ ਆਪਣਾ ਘਰ ਮਜ਼ਦੂਰੀ ਕਰ ਰਿਹਾ, ਦੁਕਾਨਦਾਰੀ ਛੱਡਤੀ ਉਹਨੇ।